ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਾਂਗਰਸ ਦੇ ਨਾਲ। ਕਾਂਗਰਸ ਜਿਹੜੀ ਕਿ 2024 ਨੂੰ ਲੈ ਕੇ ਬੜੀ ਸਜਗ ਮਹਿਸੂਸ ਕਰ ਰਹੀ ਸੀ ਤੇ ਰਣਨੀਤੀਆਂ ਵੀ ਤਿਆਰ ਕਰ ਦਿੱਤੀਆਂ ਸੀ ਉਹਨਾਂ ਵੱਲੋਂ 2024 ਦੇ ਲਈ। ਰਣਨੀਤੀਆਂ ਘੜਨ ਲੱਗੀ ਸੀ ਲੇਕਿਨ ਉਹਨਾਂ ਦੀ 2024 ਦੀ ਇਸ ਮੁਹਿੰਮ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਝਟਕਾ ਕਿਸ ਨੇ ਦਿੱਤਾ ਤੇ ਕਿਸ ਤਰੀਕੇ ਦੇ ਨਾਲ ਦਿੱਤਾ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਜਿੱਥੇ 2024 ਦੇ ਲਈ ਕੇਂਦਰ ਸਰਕਾਰ ਨੂੰ ਕੇਂਦਰ ਦੀ ਕਾਂਗਰਸ ਨੂੰ ਝਟਕਾ ਲੱਗਿਆ, ਉੱਥੇ ਪੰਜਾਬ ਦੇ ਵਿੱਚ ਵੀ ਇੱਕ ਹੋਰ ਝਟਕਾ ਬਿਲਕੁਲ ਤਿਆਰ ਹੈਗਾ ਕਾਂਗਰਸ ਦੇ ਲਈ। ਇੱਕ ਹੋਰ ਸਿਟਿੰਗ ਐਮਐਲਏ ਕਾਂਗਰਸ ਦੇ ਐਮਐਲਏ ਪਾਰਟੀ ਛੱਡਣ ਜਾ ਰਹੇ ਨੇ। ਆਖਰ ਕਿਹੜੇ ਉਹ ਐਮਐਲਏ ਨੇ ਤੇ ਕਿਉਂ ਪਾਰਟੀ ਛੱਡਣ ਦੀਆਂ ਗੱਲਾਂ ਕਰ ਰਹੇ ਨੇ, ਇਸ ਬਾਰੇ ਵੀ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਅਰਵਿੰਦ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਕਿ SYL ਦੇ ਮੁੱਦੇ ਦੇ ਉੱਪਰ ਅੱਜ ਆਪਣੀ ਜ਼ੁਬਾਨ ਖੋਲ੍ਹੀ ਹੈ। SYL ਦੇ ਮੁੱਦੇ ਦੇ ਹੱਲ ਨੂੰ ਲੈ ਕੇ ਉਹਨਾਂ ਨੇ ਕੀ ਗੱਲ ਕਹੀ ਹੈ, ਇਸ ਬਾਰੇ ਵੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਸਹਿਯੋਗੀ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸਵਰਗੀ ਸਾਹਿਬ, ਜਿਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਜਿਹੜੇ ਕਿ ਹੁਣ ਪਿਛਲੇ ਫਰਵਰੀ ਦੇ ਵਿੱਚ ਪਿਛਲੀ ਫਰਵਰੀ 'ਚ ਹੋਈਆਂ ਨੇ 5 ਸੂਬਿਆਂ ਦੇ ਵਿੱਚ, ਜਿੱਥੇ ਕਿ ਸੁਪੜਾ ਸਾਫ਼ ਹੋਇਆ ਸੀ ਕਾਂਗਰਸ ਦਾ, ਲੇਕਿਨ ਉਹਨਾਂ ਗਲਤੀਆਂ ਦੇ ਉੱਪਰ ਕਾਬੂ ਪਾਉਂਦੇ ਹੋਏ ਉਹਨਾਂ ਨੇ 2024 ਦੀਆਂ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਸ ਵਾਰ ਅਸੀਂ ਇੱਕ ਵਾਰ ਫਿਰ ਤੋਂ PK ਨੂੰ ਲੈ ਕੇ ਆਵਾਂਗੇ ਤਾਂ ਜੋ ਉਹ ਕਾਂਗਰਸ ਦੀਆਂ ਰਣਨੀਤੀ ਬਣਾ ਸਕੇ 2024 ਦੇ ਲਈ। ਤੇ ਦੂਸਰੇ ਪਾਸੇ ਇਹ ਵੀ ਕਿਆਸ ਰਾਹੀਂ ਅਸੀਂ ਵੀ PK ਹੋ ਸਕਦਾ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲੈਣ, ਲੇਕਿਨ ਅੱਜ PK ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਨੂੰ। ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਵੀ ਭਾਈ ਮੈਂ ਕਾਂਗਰਸ ਨਹੀਂ ਜੁਆਇਨ ਕਰਾਂਗਾ। ਹਾਂ, ਉਹਨਾਂ ਦੇ ਨਾਲ ਹੀ ਨਾਲ ਇੱਕ ਇਹ ਗੱਲ ਜ਼ਰੂਰ ਕਹਿ ਗਏ ਨੇ ਵੀ ਮੇਰੀ ਜ਼ਰੂਰਤ ਨਹੀਂ ਪਾਰਟੀ ਨੂੰ ਆਪਣੀ ਸੰਗਠਨ ਦੇ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਸੋ ਇੱਕ ਸੁਝਾਅ ਦਿੰਦੇ ਹੋਏ ਨਜ਼ਰ ਆਏ ਨੇ, ਲੇਕਿਨ ਪਾਰਟੀ ਦੇ ਵਿੱਚ ਆਉਣ ਦੀਆਂ ਕਿਆਸ ਰਾਈਆਂ ਦੇ ਉੱਪਰ ਉਹਨਾਂ ਨੇ ਅੱਜ ਪੂਰਨ ਵਿਰਾਮ ਲਗਾ ਦਿੱਤਾ। ਕਿਵੇਂ ਦੇਖ ਰਹੇ ਹੋ 2024 ਦੀਆਂ ਜੋ ਇਹਨਾਂ ਨੇ ਤਿਆਰੀਆਂ ਕੀਤੀ ਸੀ ਕਾਂਗਰਸ ਨੇ, ਉਹਨੂੰ ਕਿੰਨਾ ਵੱਡਾ ਝਟਕਾ ਹੈ ਤੇ ਜਿਸ ਦੇ ਉੱਪਰ ਸਭ ਤੋਂ ਵੱਧ ਵਿਸ਼ਵਾਸ ਸੀਗਾ ਵੀ ਸਾਡੀ 2024 ਦੀ ਇਹ ਨਈਆਂ ਨੂੰ ਇਹ ਪਾਰ ਲਾਉਣਗੇ, ਉਹੀ ਧੋਖਾ ਦੇ ਗਏ ਨੇ। ਕਿਵੇਂ ਦੇਖ ਰਹੇ ਹੋ ਕਾਂਗਰਸ ਲਈ ਕਿੰਨਾ ਵੱਡਾ ਹੈ ਝਟਕਾ? ਲਖਵਿੰਦਰ ਜੀ, ਇਹ ਝਟਕਾ ਜਿਹੜਾ ਕਾਂਗਰਸ ਵਾਸਤੇ ਤਾਂ ਜਿਹੜਾ ਹੈਗਾ ਜਾਂ ਨਹੀਂ ਹੈਗਾ, ਪਰ ਗਾਂਧੀ ਪਰਿਵਾਰ ਵਾਸਤੇ ਇਹ ਝਟਕਾ ਇੱਕ ਬੜਾ ਜ਼ਬਰਦਸਤ ਝਟਕਾ ਮੰਨਿਆ ਜਾ ਸਕਦਾ ਜੀ, ਕਿਉਂਕਿ ਗਾਂਧੀ ਪਰਿਵਾਰ ਦੀ ਇਸ ਵੇਲੇ ਇਹ ਇੱਕ ਇੱਛਾ ਸੀ, ਦਿਲੀ ਇੱਛਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਇਸ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਉਹਨਾਂ ਨਾਲ ਕਾਫੀ ਤੌਰ ਤੇ ਗੱਲਬਾਤ ਜਿਹੜੀ ਹੈ ਕਾਫੀ ਵੱਡੇ ਪੱਧਰ ਤੇ ਉਹਨਾਂ ਵੱਲੋਂ ਚਲਾਈ ਗਈ, ਖਾਸ ਤੌਰ ਤੇ ਸੋਨੀਆ ਗਾਂਧੀ ਵੱਲੋਂ। ਪਰ ਦੂਸਰੇ ਪਾਸੇ ਜਿਹੜਾ G23 ਗਰੁੱਪ ਸੀ ਉਹ ਲਗਾਤਾਰ ਇਸ ਗੱਲ ਦਾ ਜਿਹੜਾ ਉਹ ਵਿਰੋਧ ਕਰ ਰਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਕਿਸੇ ਵੀ ਸੂਰਤ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਾ ਕਰਵਾਇਆ ਜਾਵੇ ਜੀ। ਪਰ ਇਸ ਦੇ ਬਾਵਜੂਦ ਜਿਹੜੀ ਸਥਿਤੀ ਸੀ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ, ਜਿਹਦੇ ਵਿੱਚ ਅਸੀਂ ਸੋਨੀਆ ਗਾਂਧੀ ਕਹਿ ਸਕਦੇ ਕਿ ਉਹ ਇਸ ਗੱਲ ਤੇ ਅੜੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਹਰ ਹਾਲਤ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਜਿਹੜਾ ਕਰਵਾ ਹੈਗਾ, ਤਾਂ ਜੋ ਉਹ ਬਕਾਇਦਾ ਤੌਰ ਤੇ 2024 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਾਂਗਰਸ ਦੀ ਜਿਹੜੀ ਡੁੱਬਦੀ ਬੇੜੀ ਆ ਕੌਮੀ ਪੱਧਰ ਤੇ ਉਸ ਨੂੰ ਧਨ ਪੱਤਰ ਖੇਤੇ ਲਾ ਸਕਣ। ਔਰ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਸੋਨੀਆ ਗਾਂਧੀ ਨਾਲ ਬਕਾਇਦਾ ਤੌਰ ਤੇ ਮੀਟਿੰਗਾਂ ਹੋਈਆਂ ਔਰ ਪ੍ਰੈਜ਼ੈਂਟੇਸ਼ਨ ਜਿਹੜੀ ਆ ਉਹ ਦਿੱਤੀ ਗਈ, ਔਰ ਪ੍ਰਸ਼ਾਂਤ ਕਿਸ਼ੋਰ ਨੇ 370 ਦੇ ਕਰੀਬ ਸੀਟਾਂ ਨੂੰ ਇਹ ਵੀ ਗੱਲ ਕਹੀ ਕਿ ਇਹ ਸੀਟਾਂ ਉਹੋ ਜਿਹੀਆਂ ਨੇ ਕਿ ਜਿੱਥੇ ਕਾਂਗਰਸ ਨੂੰ ਧਿਆਨ ਜਿਹੜਾ ਦੇਣਾ ਚਾਹੀਦਾ। ਮਤਲਬ ਕਾਫੀ ਕੁਝ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਨੂੰ 2024 ਦੀ ਰਣਨੀਤੀ ਨੂੰ ਆਧਾਰ ਰੱਖ ਕੇ ਸਲਾਹਾਂ ਦਿੱਤੀਆਂ। ਤਾਂ ਉਸ ਵਕਤ ਇਹ ਲੱਗ ਰਿਹਾ ਸੀ ਕਿ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਹੁਣ ਕਾਂਗਰਸ ਪਾਰਟੀ ਦੀ ਟੀਮ ਦਾ ਇੱਕ ਅਹਿਮ ਹਿੱਸਾ ਹੋਣਗੇ, ਪਰ ਉਸਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਸਦਾ ਜਿਹੜਾ ਵਿਰੋਧ ਹੈ ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਉਹ ਕਰ ਰਹੇ ਨੇ, ਔਰ ਸੋਨੀਆ ਗਾਂਧੀ ਜਿਹੜੀ ਆ ਸਿਰਫ ਤੇ ਸਿਰਫ ਉਹ ਹੀ ਚਾਹਵਾਨ ਸੀ। ਤਾਂ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਜਿਹੜੀ ਸਮੇਂ ਦੀ ਇਸ ਨਬਜ਼ ਨੂੰ ਪਛਾਣ ਗਿਆ, ਕਿਉਂਕਿ ਜੇਕਰ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੇਕਰ ਕੋਈ ਵੀ ਭਰਵਾਂ ਸਹਿਯੋਗ ਉਸਨੂੰ ਉਹਨਾਂ ਉਮੀਦਵਾਰਾਂ ਤੋਂ ਨਾ ਮਿਲਦਾ ਜਿਹੜੇ G23 ਦੇ ਮੈਂਬਰ ਨੇ, ਜਿਹੜੇ ਸੀਨੀਅਰ ਮੈਂਬਰ ਨੇ, ਤਾਂ ਕੁਦਰਤੀ ਤੌਰ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਲਡ ਹੋ ਸਕਦੀ ਸੀ ਜਾਂ ਚੋਣਾਂ ਦੇ ਵਿੱਚ ਉਹਦਾ ਪ੍ਰਦਰਸ਼ਨ ਕੋਈ ਚੰਗਾ ਨਹੀਂ ਸੀ ਰਹਿ ਸਕਦਾ। ਤੇ ਸ਼ਾਇਦ ਇਸੇ ਵਕਤ ਦੀ ਨਬਜ਼ ਨੂੰ ਪਛਾਣਦਾ ਹੋਇਆ ਪ੍ਰਸ਼ਾਂਤ ਕਿਸ਼ੋਰ ਨੇ ਅੱਜ
ਆਪ ਹੀ ਇਹ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ। ਕਿਉਂਕਿ ਲਖਵਿੰਦਰ ਜੀ ਇਹ ਬੜੀ ਮਹੱਤਵਪੂਰਨ ਪ੍ਰਸ਼ਨ ਹੈ, ਜਾਂ ਇੱਕ ਗੱਲ ਅਸੀਂ ਤੱਥ ਕਹਿ ਸਕਦੇ ਹਾਂ ਜੀ ਕਿ ਗਰਾਊਂਡ ਦੇ ਵਿੱਚ ਖੇਡਣਾ ਹੋਰ ਗੱਲ ਆ ਤੇ ਬਾਹਰ ਬੈਠ ਕੇ ਉਹਦੇ ਉੱਤੇ ਕਮੈਂਟਰੀ ਕਰਨਾ ਜਿਹੜੀ ਹੋਰ ਗੱਲ ਹੁੰਦੀ ਹੈ। ਕਿਉਂਕਿ ਜਿਹੜੇ ਰਣਨੀਤੀਕਾਰ ਹੁੰਦੇ ਨੇ, ਇੱਕ ਉਹ ਕਮੈਂਟੇਟਰ ਹੁੰਦੇ ਨੇ ਜਿਹੜੇ ਬਾਹਰ ਬੈਠੇ ਹੁੰਦੇ ਨੇ, ਖਿਡਾਰੀ ਜਿਹੜੇ ਅੰਦਰ ਹੁੰਦੇ ਨੇ ਜਿਨ੍ਹਾਂ ਨੇ ਖੇਡਣਾ ਹੁੰਦਾ, ਤਾਂ ਫਿਰ ਕਿਸ ਤਰੀਕੇ ਨਾਲ ਖੇਡਦੇ ਨੇ ਤੇ ਕਮੈਂਟੇਟਰ ਕਿਸ ਤਰੀਕੇ ਨਾਲ ਉਹਨਾਂ ਨੂੰ ਸਲਾਹਾਂ ਦਿੰਦਾ, ਤਾਂ ਅਸਲ ਜ਼ੋਰ ਤਾਂ ਅੰਦਰਲੇ ਬੰਦਿਆਂ ਦਾ ਲੱਗਦਾ ਹੈ। ਕਮੈਂਟੇਟਰ ਜਾਂ ਉਹਨਾਂ ਦਾ ਕੋਚ ਜਿਹੜਾ ਬਾਹਰ ਹੁੰਦਾ, ਉਹਨਾਂ ਨੇ ਪਹਿਲਾਂ ਇੱਕ ਸਿਖਲਾਈ ਜਿਹੜੀ ਦੇ ਦਿੱਤੀ ਹੁੰਦੀ ਹੈ, ਤਾਂ ਇਹ ਭਾਂਡਾ ਜਿਹੜਾ ਸੀ ਬਿਲਕੁਲ ਉਹਦੇ ਸਿਰ ਭੱਜਣਾ ਸੀ। ਤੇ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਨੇ ਇਸ ਨੂੰ ਵਿਚਕਾਰਲਾ ਰਸਤੇ ਅਪਣਾਉਂਦਿਆਂ ਸਾਫ਼ ਹੀ ਇਨਕਾਰ ਜਿਹੜਾ ਕਰ ਦਿੱਤਾ। ਤਾਂ ਬਕਾਇਦਾ ਤੌਰ ਤੇ ਰਣਦੀਪ ਸਿੰਘ ਸੁਰਜੇਵਾਲੇ ਦਾ ਇਹ ਬਿਆਨ ਜਿਹੜਾ ਇਸ ਸੰਬੰਧ ਦੇ ਵਿੱਚ ਆਇਆ ਹੈਗਾ ਕਿ ਉਹਨਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ। ਅਣਕੀ ਸਰ, ਬਲਕਿ ਜਿਵੇਂ ਤੁਸੀਂ ਦੱਸ ਰਹੇ ਹੋਗੇ ਵੀ ਸਿਰਫ ਉਹ ਡਰਦੇ ਸੀ ਵੀ ਸਾਰਾ ਭਾਂਡਾ ਮੇਰੇ ਸਿਰ ਨਾਲ ਫੁੱਟ ਜੇ, ਕਿ ਉਹ ਇੱਕ ਕਿਉਂਕਿ ਅੱਛੇ ਖਿੜੇ ਹੋਏ ਰਣਨੀਤੀਕਾਰ ਨੇਗੇ, ਬੜੇ ਵੱਡਾ ਨਾਮ ਆ ਰਣਨੀਤੀ ਬਣਾਉਣ ਦੇ ਵਿੱਚ, ਕਿ ਉਹਨਾਂ ਨੂੰ ਕਲੀਅਰ ਹੋ ਗਿਆ, ਆਭਾਸ ਹੋ ਗਿਆ ਕਿ 2024 ਦੇ ਵਿੱਚ ਹਸ਼ਰ ਕੀ ਹੋਣ ਵਾਲਾ ਕਾਂਗਰਸ ਦਾ, ਕਿ ਇਹੀ ਇੱਕ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਵੀ ਉਹ ਕਾਂਗਰਸ ਦੇ ਵਿੱਚ ਨਹੀਂ ਆਏ? ਕੀ ਕਾਰਨ ਹੋ ਸਕਦੇ ਨੇ? ਤਾਂ ਦੇਖੋ, ਮੇਰਾ ਪ੍ਰਸ਼ਨ ਅਜੇ ਉਹ ਤੁਹਾਡਾ ਸਵਾਲ ਮੈਂ ਜਵਾਬ ਦੇ ਰਿਹਾ ਸਰ। ਮੈਂ ਤੁਹਾਨੂੰ ਇਹ ਲੱਗਾ ਸਰ ਦੱਸਾਂ ਕਿ ਜਿਹੜਾ ਉਸਦਾ ਇੱਕ ਬਿਆਨ ਆਇਆ ਜੀ, ਬਿਆਨ ਉਸਦਾ ਇਹ ਆਇਆ ਕਿ ਮੈਨੂੰ ਕਾਂਗਰਸ ਪਾਰਟੀ ਨੂੰ ਮੇਰੀ ਨਹੀਂ ਲੋੜ, ਕਾਂਗਰਸ ਪਾਰਟੀ ਦੇ ਸੰਗਠਨ ਦੇ ਦੁਬਾਰਾ ਉਸਨੂੰ ਪੁਨਰ ਢਾਂਚਾ ਜਿਹੜਾ ਉਹ ਸਾਰਨਾ ਚਾਹੀਦਾ, ਸੰਗਠਨ ਨੂੰ ਦੁਬਾਰਾ ਫਿਰ ਤੋਂ ਮਜ਼ਬੂਤ ਕਰਨਾ ਚਾਹੀਦਾ ਜੀ। ਕਹਿਣ ਦਾ ਅਰਥ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਦੇ ਨਜ਼ਦੀਕ ਰਹਿ ਕੇ ਜਿਹੋ ਜੀ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਵੇਖੀ ਆ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਰਹਿਣ ਲਾਇਆ ਗਿਆ, ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਬੋਲਦਾ ਪਿਆ, ਬਿਹਾਰ ਦੇ ਵਿੱਚ ਕਨਈਆ ਕੁਮਾਰ ਵੱਖ ਹੋ ਰਿਹਾ, ਰਾਜਸਥਾਨ ਦੇ ਵਿੱਚ ਜਿਹੜੇ ਉਹ ਸਚਿਨ ਪਾਇਲਟ ਦੇ ਜਿਹੜੇ ਬੇਟੇ ਨੇ, ਜਿਹੜੇ ਉਹ ਜਿਤਨਾ ਵੀ ਜੋ ਵੀ ਹਨ, ਇਹੋ ਜਿਹੇ ਜਿਹੜੇ ਜਦੋਂ ਵੱਡੇ ਵੱਡੇ ਚਿਹਰੇ ਜਿਹੜੇ ਨੇ ਉਹ ਅਲੱਗ ਜਦੋਂ ਹੋ ਰਹੇ ਨੇ, ਤਾਂ ਫਿਰ ਕੁਦਰਤੀ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਇਸ ਚੀਜ਼ ਨੂੰ ਸਾਰੀ ਨੂੰ ਬੜੀ ਬਰੀਕੀ ਨਾਲ ਉਸਨੇ ਸਮਝਿਆ ਕਿ ਇੱਕ ਗਾਂਧੀ ਪਰਿਵਾਰ ਹੀ ਜਿਹੜਾ ਇਸ ਸਮੁੱਚੀ ਪਾਰਟੀ ਦੇ ਉੱਤੇ ਆਪਣੀਆਂ ਲਗਾਮਾਂ ਕੱਸ ਕੇ ਰੱਖਣਾ ਚਾਹੁੰਦਾ ਆ, ਤੇ ਜਿਸ ਕਰਕੇ ਜਿਹੜਾ ਸੰਗਠਨ ਹੈ ਉਹ ਵਿਖਰਿਆ ਪਿਆ ਹੈ। ਤਾਂ ਉਹ ਸੰਗਠਨ ਨੂੰ ਪੁਨਰ ਗਠਨ ਕਰਨ ਦੀ ਜ਼ਰੂਰਤ ਆ, ਤੇ ਜੇਕਰ ਪੁਨਰ ਗਠਨ ਨਹੀਂ ਹੁੰਦਾ ਤਾਂ ਜੇਕਰ ਕੱਲੀ ਚੋਣ ਪ੍ਰਸ਼ਾਂਤ ਕਿਸ਼ੋਰ ਦੀ ਨੀਤੀ ਦੇ ਤਹਿਤ ਹੀ ਲੜੀ ਜਾਂਦੀ, ਤਾਂ ਫਿਰ ਕੁਦਰਤੀ ਤੌਰ ਤੇ ਲਖਵਿੰਦਰ ਜੀ ਫਿਰ ਉਹ ਹੀ ਤੱਥ ਸਾਹਮਣੇ ਆਉਣੇ ਸਨ ਜਿਹੜੇ 5 ਰਾਜਾਂ ਦੇ ਵਿੱਚ ਆਏ ਨੇ। ਤਾਂ ਸ਼ਾਇਦ ਇਹੋ ਹੀ ਕਾਰਨ ਕਿ ਅੱਜ ਪ੍ਰਸ਼ਾਂਤ ਕਿਸ਼ੋਰ ਨੇ ਆਪ ਹੀ ਇਸ ਚੀਜ਼ ਤੋਂ ਪੱਲਾ ਝਾੜ ਕੇ ਉਸ ਸਾਈਡ ਹੋ ਗਏ ਨੇ। ਔਰ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਉਹਨੇ ਸਾਰੀਆਂ ਸਥਿਤੀਆਂ ਦਾ ਅਨੁਮਾਨ ਲਾ ਲਿਆ ਕਿ ਇਸ ਵੇਲੇ ਕੌਮੀ ਪੱਧਰ ਤੇ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਕਿਹੋ ਜਿਹੀ ਆ। ਤਾਂ ਸਿਰਫ ਜੇਕਰ ਉਹ ਜਾਏਗਾ ਤਾਂ ਕੇਵਲ ਜਿੱਥੇ ਉਹਦੀ ਕਾਂਗਰਸ ਪਾਰਟੀ ਜਿੱਥੇ ਹਾਰ ਸਕਦੀ ਆ, ਉਹਦੇ ਨਾਲ ਹੀ ਨਾਲ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ, ਜਿਹਨੂੰ ਅਸੀਂ ਸਫਲ ਚੋਣ ਰਣਨੀਤੀਕਾਰ ਕਹਿੰਦੇ ਆ, ਉਹਦੀ ਸ਼ਖਸੀਅਤ ਦੇ ਉੱਤੇ ਵੀ ਇੱਕ ਅਜਿਹਾ ਧੱਬਾ ਲੱਗੇਗਾ ਕਿ ਉਹ ਕਾਂਗਰਸ ਪਾਰਟੀ ਦਾ ਹਿੱਸਾ ਬਣ ਕੇ ਕਾਂਗਰਸ ਪਾਰਟੀ ਨੂੰ ਜਿਤਾ ਨਹੀਂ ਸਕਿਆ। ਜਦੋਂ ਕਿ ਅੱਜ ਤੱਕ ਉਹ ਜਿਸ ਵੀ ਰਾਜ ਜਿਸ ਵੀ ਪਾਰਟੀ ਨਾਲ ਜੁੜਿਆ, ਚਾਹੇ ਨਰਿੰਦਰ ਮੋਦੀ ਹੋਣ, ਚਾਹੇ ਮਮਤਾ ਬੈਨਰਜੀ ਹੋਵੇ, ਚਾਹੇ ਨਿਤੀਸ਼ ਕੁਮਾਰ ਬਿਹਾਰ ਦੇ ਹੋਣ, ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਬੀਤੇ 2017 ਦੇ ਵਿੱਚ ਜਿਹੜੇ ਵੀ ਪਾਰਟੀ ਜਿਹੜੇ ਵੀ ਵਿਅਕਤੀ ਦੇ ਨਾਲ ਉਹ ਜੁੜਿਆ, ਉਸਨੂੰ ਉਹਨੇ ਸੱਤਾ ਦੇ ਸਿਖਰ ਤੱਕ ਪਹੁੰਚਾਇਆ। ਤੇ ਇਹੋ ਸਮਾਂ ਤੁਹਾਨੂੰ ਯਾਦ ਹੋਏਗਾ, ਜੇਕਰ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਦੀ ਗੱਲ ਕਰਾਂ ਤਾਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਸੀ, 1 ਰੁਪਏ ਤਨਖਾਹ ਦਿੱਤੀ। ਪਰ ਉਹਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਨੂੰ ਵੇਖਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਹੈ ਕਿਸ ਤਰੀਕੇ ਨਾਲ ਪਤਲੀ ਹੁੰਦੀ ਜਾ ਰਹੀ ਹੈ, ਔਰ ਉਸ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਉਹਨੇ ਉਸੇ ਸਮੇਂ ਜਿਹੜੀ ਤੁਹਾਡੀ ਗੱਲ ਦੀ ਪ੍ਰੋੜਤਾ ਹੁੰਦੀ ਹੈ ਕਿ ਉਹਨੇ ਉਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਜਿਹੜਾ ਛੱਡ ਦਿੱਤਾ ਸੀ। ਤੇ ਸ਼ਾਇਦ ਇਹੋ ਹੀ ਕਾਰਨ ਕਿ 2024 ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਕੀ ਹੋ ਸਕਦੀ ਆ, ਇਸ ਦਾ ਅਨੁਮਾਨ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਇਦ ਸਹਿਜੇ ਲੱਗ ਚੁੱਕਾ, ਤੇ ਸ਼ਾਇਦ ਇਸੇ ਹੀ ਕਾਰਨ ਉਸਨੇ ਅਲਵਿਦਾ ਜਿਹੜਾ ਆ ਕਾਂਗਰਸ ਪਾਰਟੀ ਨੂੰ ਕਹਿ ਦਿੱਤਾ। ਤਾਂ ਇਹਦਾ ਅਗਲਾ ਪ੍ਰਸ਼ਨ ਜਿਹੜਾ ਇਹਦੇ ਨਾਲ ਲਖਵਿੰਦਰ ਜੀ ਜੁੜਦਾ ਉਹ ਇਹ ਆ ਕਿ ਜਿਸ ਤਰੀਕੇ ਨਾਲ ਅਸੀਂ ਅੱਜ ਦੀਆਂ ਅਖਬਾਰਾਂ ਦੇ ਵਿੱਚ ਕੁਝ ਖਬਰਾਂ ਪੜ੍ਹੀਆਂ ਸਨ ਕਿ ਨਵਜੋਤ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੀ ਹੁਣ ਵੀ ਪਹਿਲੀ ਪਸੰਦ ਆ, ਉਹਦਾ ਗੁਣਾ ਉੱਤੇ ਡਿੱਗਦਾ, ਤਾਂ ਇਹਦੇ ਤੋਂ ਹੁਣ ਸਾਫ਼ ਜ਼ਾਹਿਰ ਹੋ ਗਿਆ ਕਿ ਜਿਹੜਾ ਨਵਜੋਤ ਸਿੱਧੂ ਆ ਉਹਦੀ ਵੀ ਹੁਣ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਐਂਟਰੀ ਆ ਹੁਣ ਇੱਕ ਕਿਸਮ ਦੀ ਪੂਰਨ ਤੌਰ ਤੇ ਬੰਦ ਆ। ਹੁਣ
ਚੰਦ ਦਿਨਾਂ ਦੀ ਇਹ ਜਿਹੜੀ ਖੇਡ ਹੈ, ਜਿਸ ਤਰੀਕੇ ਨਾਲ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਆਪਣੀ ਮਰਜ਼ੀ ਦੀ ਟੀਮ ਬਣਾਉਣ ਕੇ ਜਿਹਦੇ ਵਿੱਚ ਉਹਨਾਂ ਨੂੰ ਉਹ ਸ਼ਾਮਲ ਕਰ ਸਕਦੇ ਆ। ਸ਼ਾਇਦ ਹੁਣ ਨਵਜੋਤ ਸਿੱਧੂ ਦੇ ਜਿਹੜਾ ਕਾਂਗਰਸ ਦੇ ਵਿੱਚ ਜਿਹੜਾ ਸਿਆਸੀ ਭਵਿੱਖ ਆ ਉਹ ਵੀ ਅੰਤਮ ਕੰਗਾਰ ਤੇ ਪਹੁੰਚ ਗਿਆ ਹੈ। ਜੀ ਬਿਲਕੁਲ ਜੀ, ਬਿਲਕੁਲ ਸਰ, ਇਹ ਤਾਂ ਮਤਲਬ ਕਿ ਬਹੁਤ ਵੱਡਾ ਇੱਕ ਝਟਕਾ ਆਪਾਂ ਕਹਿ ਸਕਦੇ ਹਾਂਗੇ ਕਾਂਗਰਸ ਨੂੰ, ਕੇਂਦਰੀ ਕਾਂਗਰਸ ਨੂੰ, ਹਾਈ ਕਮਾਨ ਨੂੰ ਵੱਡਾ ਝਟਕਾ। ਲੇਕਿਨ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਘਿਰੀ ਹੋਈ, ਜਿਹੜੀ ਕਿ ਮੁਸ਼ਕਿਲਾਂ ਦੇ ਵਿੱਚ ਘਿਰੀ ਹੋਈ ਕਾਂਗਰਸ ਲਈ ਇੱਕ ਵੱਡਾ ਝਟਕਾ ਹੋ ਰਿਹਾ, ਜਿੱਥੇ ਅੱਜ ਸੁਨੀਲ ਜਾਖੜ ਦੇ ਉੱਪਰ ਇੱਕ ਵੱਡੀ ਕਾਰਵਾਈ ਹੁੰਦੀ ਨਜ਼ਰ ਆਈ ਹੈ ਕਿ ਉਹਨਾਂ ਨੂੰ ਕਾਂਗਰਸ ਦੀ ਜੋ ਅਨੁਸ਼ਾਸਨ ਕਮੇਟੀ ਹੈ ਉਹਨਾਂ ਵੱਲੋਂ 2 ਸਾਲ ਦੇ ਲਈ ਸਸਪੈਂਸ਼ਨ ਦੀ ਸਿਫਾਰਿਸ਼ ਕੀਤੀ ਗਈ ਹੈਗੀ। ਉੱਥੇ ਹੀ ਅਬੋਹਰ ਤੋਂ ਸਿਟਿੰਗ ਐਮਐਲਏ ਕਾਂਗਰਸ ਦੇ ਸੰਦੀਪ ਜਾਖੜ, ਉਹਨਾਂ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਵੀ ਮੈਂ ਆਪਣੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ ਜੇਕਰ ਸੁਨੀਲ ਜਾਖੜ ਦੇ ਉੱਪਰ ਕੋਈ ਪ੍ਰਤੀਬੰਧ ਲੱਗਦਾ ਹੈ, ਮੋਹਰ ਲੱਗਦੀ ਹੈ ਹਾਈ ਕਮਾਨ ਦੇ ਵੱਲੋਂ, ਤਾਂ ਕਹਿੰਦੇ ਮੈਂ ਵੀ ਪੱਤੇ ਬਾਅਦ ਵਿੱਚ ਖੋਲਾਂਗਾ, ਜਿਸ ਤਰ੍ਹਾਂ ਸੁਨੀਲ ਜਾਖੜ ਜੀ ਕਹਿਣਗੇ ਮੈਂ ਵੀ ਉਵੇਂ ਕਰਾਂਗਾ। ਜਿਵੇਂ ਕਿ ਅੱਜ ਗੁੱਡ ਲੱਕ ਉਹਨਾਂ ਵੱਲੋਂ ਲਿਖਿਆ ਗਿਆ ਸੁਨੀਲ ਜਾਖੜ ਜੀ ਵੱਲੋਂ ਦਿੱਲੀ ਜਾਣ ਤੋਂ ਪਹਿਲਾਂ, ਕੀ ਦੇਖ ਰਹੇ ਹੋਗੇ ਸਸਪੈਂਸ਼ਨ ਹੋਵੇ ਨਾ ਹੋਵੇ ਬਾਏ ਬਾਏ ਕਰਦੇ ਨਜ਼ਰ ਆ ਰਹੇ ਨੇ। ਜੇਕਰ ਇਹ ਬਾਏ ਬਾਏ ਕਰਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ, ਕਿ ਨਾਲ ਸੰਦੀਪ ਜਾਖੜ ਵੀ ਬਾਏ ਬਾਏ ਕਰਦੇ ਨਜ਼ਰ ਆਣਗੇ, ਕਿ ਇੱਕ ਹੋਰ ਸਿਟਿੰਗ ਐਮਐਲਏ ਕਾਂਗਰਸ ਦਾ ਪੱਲਾ ਛੱਡ ਕੇ ਬਾਹਰ ਜਾ ਰਿਹਾਗਾ, ਕਿਵੇਂ ਦੇਖ ਰਹੇ ਹੋ? ਬਿਲਕੁਲ, ਅੱਜ ਦੀ ਜਿਹੜੀਆਂ ਬੜੀਆਂ ਅਹਿਮ ਘਟਨਾਵਾਂ ਜਿਹੜੀਆਂ ਅੱਜ ਪੰਜਾਬ ਕਾਂਗਰਸ ਦੇ ਵਿੱਚ ਵਾਪਰੀਆਂ ਨੇ ਸੁਨੀਲ ਜਾਖੜ ਨੂੰ ਲੈ ਕੇ, ਤਾਂ ਅੱਜ ਬਕਾਇਦਾ ਤੌਰ ਤੇ ਜਿਹੜੀ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਉਸ ਦੀ ਮੀਟਿੰਗ ਸੀ ਹਾਈ ਕਮਾਨ ਦੀ, ਤਾਂ ਉਸ ਕਮੇਟੀ ਦੇ ਫੈਸਲੇ ਤੇ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਦਾ ਇੱਕ ਟਵੀਟ ਜਿਹੜਾ ਆ ਉਹ ਵੀ ਆਉਂਦਾ ਆ। ਜੇਕਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹੋ ਕਿ ਉਹ ਟਵੀਟ ਜਿਹੜਾ ਉਹ ਦਿਖਾ ਦਿੱਤਾ ਜਾਵੇ, ਤਾਂ ਉਹ ਜਿਹੜਾ एक ट्वीट सी आज सर्व कलम होंगे उनकी जिनमें अभी जमीन बाकी है। ये जवेद अख्तर का शेर है उसकी गजल का, ਤਾਂ ਇਹ गजल ਜਿਹੜੀ ਅੱਜ ਸ਼ੇਰ ਕਰਾ ਵਰਤਿਆ ਸੁਨੀਲ ਜਾਖੜ ਨੇ ਟਵੀਟ ਦੇ ਰੂਪ ਦੇ ਵਿੱਚ, ਉਸਨੇ ਸਾਫ਼ ਕਹਿ ਦਿੱਤਾ, ਮਤਲਬ ਸਾਫ਼ ਸੰਕੇਤ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋ ਸਕਦੀ ਹੈ। ਤਾਂ ਨਾਲ ਹੀ ਉਹਨੇ ਇਹ ਗੱਲ ਕਹੀ ਕਿ ਅਜੇ ਮੈਂ ਮਰੀ ਜ਼ਮੀਰ ਵਾਲਾ ਵਿਅਕਤੀ ਨਹੀਂ ਆ, ਜ਼ਿੰਦਾ ਜ਼ਮੀਰ ਵਾਲਾ ਵਿਅਕਤੀ ਆ ਜਿਹੜਾ ਕਦੇ ਵੀ ਝੁਕੇਗਾ ਨਹੀਂ, ਜੋ ਮਰਜ਼ੀ ਫੈਸਲਾ ਹੋ ਜੇ, ਸਿਰ ਕੱਟ ਜਾਵੇ ਤਾਂ ਕੱਟ ਜਾਵੇ, ਪਰ ਮੈਂ ਝੁਕਾਂਗਾ ਨਹੀਂ। ਕਾਂਗਰਸ ਦੀਆਂ ਜਿਹੜੀ ਉਹਨਾਂ ਦੇ ਅਨੁਸਾਰ ਗਲਤ ਨੀਤੀ ਹੈ। ਸੋ ਇਹ ਅੱਜ ਦਾ ਟਵੀਟ ਸੀ, ਤੇ ਜਦੋਂ ਅਸੀਂ ਇਹ ਟਵੀਟ ਦੀ ਗੱਲ ਕਰ ਰਹੇ ਹਾਂ ਤਾਂ ਉਸ ਵਕਤ ਤੱਕ ਸਾਡੇ ਕੋਲ ਇਹ ਵੀ ਖਬਰਾਂ ਪਹੁੰਚ ਚੁੱਕੀਆਂ ਨੇ ਕਿ ਸੁਨੀਲ ਜਾਖੜ ਨੂੰ 2 ਸਾਲ ਵਾਸਤੇ ਕਾਂਗਰਸ ਪਾਰਟੀ ਵਿੱਚੋਂ ਸਸਪੈਂਡ ਜਿਹੜਾ ਕਰਨ ਦੀ ਸਿਫਾਰਿਸ਼ ਜਿਹੜੀ ਹੈ ਕਮੇਟੀ ਵੱਲੋਂ ਕਰ ਦਿੱਤੀ ਗਈ ਹੈ। ਔਰ ਉਹਦੇ ਨਾਲ ਹੀ ਜਿਸ ਤਰੀਕੇ ਨਾਲ ਤੁਸੀਂ ਹੁਣ ਇਹ ਸਥਿਤੀ ਬਿਆਨ ਕੀਤੀ ਹੈ ਕਿ ਜਿਹੜੇ ਉਹਨਾਂ ਦੇ ਭਤੀਜੇ ਨੇ ਸੰਦੀਪ ਜਾਖੜ, ਜਿਹੜੇ ਇਸ ਵੇਲੇ ਮੌਜੂਦਾ ਸਿਟਿੰਗ ਐਮਐਲਏ ਨੇ, ਉਹ ਵੀ ਹੁਣ ਨਾਲ ਜੇਕਰ ਕਾਂਗਰਸ ਹਾਈ ਕਮਾਨ ਸੁਨੀਲ ਜਾਖੜ ਦੇ ਖਿਲਾਫ ਕੋਈ ਐਕਸ਼ਨ ਕਰਦੀ ਹੈ ਤਾਂ ਉਹ ਵੀ ਨਾਲ ਅਲਵਿਦਾ ਪਾਰਟੀ ਨੂੰ ਕਹਿ ਦੇਣਗੇ। ਲਖਿੰਦਰ, ਇੱਥੋਂ ਤੱਕ ਗੱਲ ਤਾਂ ਠੀਕ ਹੈ, ਪਰ ਸੰਦੀਪ ਜਾਖੜ ਦਾ ਜਿਹੜਾ ਇੱਕ ਬਿਆਨ ਜਿਹੜਾ ਉਸਨੇ ਵਰਤਿਆ ਹੈ ਉਹ ਬੜਾ ਹੈਰਾਨੀਜਨਕ ਹੈ। ਉਹ ਉਹੋ ਜਿਹਾ ਹੀ ਹੈਰਾਨੀਜਨਕ ਹੈ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਸੁਨੀਲ ਜਾਖੜ ਨੇ ਇੱਕ ਬਿਆਨ ਜਿਹੜਾ ਵਰਤਿਆ ਸੀ ਕਿ ਮੈਨੂੰ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਗਿਆ ਕਿ ਮੈਂ ਹਿੰਦੂ ਵਰਗ ਨਾਲ ਸੰਬੰਧਤ ਹਾਂ, ਮੈਂ ਹਿੰਦੂ ਹਾਂ। ਤੇ ਅੱਜ ਵੀ ਸੰਦੀਪ ਜਾਖੜ ਨੇ ਉਹੋ ਹੀ ਬਿਆਨ ਦਿੱਤਾ ਕਿ ਇਹਦੇ ਖਿਲਾਫ ਸੁਨੀਲ ਜਾਖੜ ਦੇ ਖਿਲਾਫ ਇਸ ਕਰਕੇ ਕਾਰਵਾਈ ਕੀਤੀ ਗਈ ਆ ਕਿਉਂਕਿ ਉਹ ਹਿੰਦੂ ਲੀਡਰ ਨੇ, ਜਦੋਂ ਕਿ ਸਿੱਖ ਲੀਡਰ ਜਿਹੜੇ ਨੇ ਬੜੇ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਪਰ ਕਾਂਗਰਸ ਹਾਈ ਕਮਾਨ ਪੂਰਨ ਤੌਰ ਤੇ ਚੁੱਪ ਹੈਗੀ। ਹੁਣ ਅਗਰ ਸੰਦੀਪ ਜਾਖੜ ਦੇ ਇਸ ਬਿਆਨ ਨੂੰ ਤੇ ਸੁਨੀਲ ਜਾਖੜ ਦੇ ਉਸ ਬਿਆਨ ਨੂੰ ਵੇਖੋ ਤਾਂ ਇਹ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਇਹੋ ਹੀ ਹੁੰਦਾ ਕਿ ਇਹ ਦੋਵੇਂ ਚਾਚਾ ਭਤੀਜਾ ਕਿਸੇ ਲੰਮੀ ਉਡਾਰੀ ਦੀ ਢੀਕ ਦੇ ਵਿੱਚ ਨੇ ਤੇ ਕਿਸੇ ਲੰਮੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਨੇ। ਤਾਂ ਉਹ ਮੰਜ਼ਿਲ ਜਿਹੜੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਹਿੰਦੂ ਰਾਗ ਅਲਾਪਿਆ, ਪਹਿਲਾਂ ਚਾਚੇ ਨੇ ਤੇ ਫਿਰ ਭਤੀਜੇ ਨੇ, ਤਾਂ ਫਿਰ ਸਾਫ਼ ਤੇ ਸਪਸ਼ਟ ਆ ਕਿ ਅੰਤਮ ਠਾਹਰ ਜਿਹੜੀ ਆ ਉਹ ਅਮਿਤ ਸ਼ਾਹ ਤੇ ਮੋਦੀ ਹੋਣਾ ਦਾ ਟਿਕਾਣਾ ਜਿਹੜਾ ਉਹ ਹੋਵੇਗਾ, ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਵੀ ਸਜਦਾ ਜਿੱਥੇ ਉਹ ਕਰਦੇ ਨੇ। ਇਹ ਪੰਜਾਬੀ 'ਚ ਇੱਕ ਖਾਣ ਆ ਲਖਵਿੰਦਰ ਕਿ ਜਦੋਂ ਸਵੈਟਰ ਦੇੜਦਾ ਹੋਵੇ ਤਾਂ ਇੱਕ ਘੁਰਾ ਤੁਸੀਂ ਦੇੜ ਦਿਓ, ਸਾਰਾ ਸਵੈਟਰ ਜਿਹੜਾ ਉਹ ਘਿਰ ਜਾਂਦਾ ਜਾਂ ਖੁੱਲ ਜਾਂਦਾ ਆ। ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਜਾਣ ਤੋਂ ਬਾਅਦ ਇੱਕ ਘੁਰਾ ਸੀ ਉਹ ਕੈਪਟਨ ਅਮਰਿੰਦਰ ਸਿੰਘ, ਉਹ ਘੁਰ ਗਿਆ ਸਵੈਟਰ ਦਾ, ਤੇ ਆਫਟਰ ਆਲ ਹੌਲੀ ਹੌਲੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਖੰਡਨ ਹੋਣ ਜਿਹੜੀ ਆ ਉਹ ਲੱਗ ਪਈ, ਅਖੰਡਤ ਹੋਣੀ ਸ਼ੁਰੂ ਹੋ ਗਈ ਆ। ਬੜੇ ਕਾਂਗਰਸ ਦੇ ਨਾਮੀ ਚਿਹਰੇ ਜਿਹੜੇ ਨੇ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਗਏ, ਫਿਰ ਉਸ ਤੋਂ ਬਾਅਦ ਕਾਫੀ ਵਿਅਕਤੀ ਫਤਿਹ ਜੰਗ ਸਿੰਘ ਬਾਜਵਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ, ਉਸ ਤੋਂ ਬਾਅਦ ਬਲਵਿੰਦਰ ਸਿੰਘ ਲਾਡੀ ਵੀ ਗਏ, ਬੇਸ਼ੱਕ ਉਹ ਵਾਪਸ ਆ ਗਏ, ਰਾਣਾ ਗੁਰਜੀਤ ਸਿੰਘ ਸੋਢੀ ਵੀ ਗਏ। ਬੜੇ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ।
ਤੇ ਹੁਣ ਸੁਨੀਲ ਜਾਖੜ ਵੀ ਉਸ ਪੱਲਾ ਫੜਨ ਨੂੰ ਤਿਆਰ ਨੇ, ਕਿਉਂਕਿ ਜਿਹੋ ਜਿਹੀ ਆਈਡੀਓਲੋਜੀ ਜਿਸ ਸਿਧਾਂਤ ਦੀ ਉਹ ਗੱਲ ਕਰ ਰਹੇ ਤੇ ਜਿਸ ਸਿਧਾਂਤ ਦੀ ਸੰਦੀਪ ਜਾਖੜ ਗੱਲ ਕਰ ਰਿਹਾ, ਤਾਂ ਕੁਦਰਤੀ ਤੌਰ ਤੇ ਫਿਰ ਉਹ ਉਸੇ ਬੇੜੀ 'ਚ ਸਵਾਰ ਹੋਣਗੇ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਜਿਹੜੇ ਸਵਾਰ ਨੇ। ਬਾਕੀ ਲਖਵਿੰਦਰ, ਕੁਦਰਤੀ ਤੌਰ ਤੇ ਇਹ ਵੀ ਗੱਲ ਹੋ ਸਕਦਾ ਕਿ ਸੰਗਰੂਰ ਦੀ ਜਿਹੜੀ ਇਲੈਕਸ਼ਨ ਆ ਉਹ ਠੀਕ ਹੁਣ 6 ਮਹੀਨਿਆਂ ਬਾਅਦ ਹੋਣ ਵਾਲੀ ਹੈ, ਤਾਂ ਉਸ ਦੇ ਵਿੱਚ ਜਿਹੜਾ ਹੈ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਉਮੀਦਵਾਰ ਬਣਾ ਕੇ ਚੋਣ ਲੜਾ ਸਕਦੀ ਹੈ ਸੰਗਰੂਰ ਹਲਕੇ ਤੋਂ, ਜਾਂ ਇਹੋ ਜਿਹੇ ਕਿਆਸ ਰਾਹੀਆਂ ਹੋ ਸਕਦੀਆਂ ਨੇ, ਕਿਉਂਕਿ ਹਰ ਵਿਅਕਤੀ ਨੇ ਆਪਣਾ ਰਾਜਨੀਤਿਕ ਭਵਿੱਖ ਨੂੰ ਦੇਖਣਾ ਹੁੰਦਾ। ਪਰ ਇਹਦੇ ਨਾਲ ਸਾਰੀ ਸਥਿਤੀ ਦੇ ਨਾਲ ਕਾਂਗਰਸ ਦੀ ਜਿਹੜੀ ਸਥਿਤੀ ਆ ਪੰਜਾਬ 'ਚ ਅੱਗੇ ਹੀ ਬਹੁਤ ਮਾੜੀ ਆ, ਤੇ ਦੂਜੇ ਪਾਸੇ ਜੇਕਰ ਸੰਦੀਪ ਜਾਖੜ ਜਿਹੜਾ ਸਿਟਿੰਗ ਐਮਐਲਏ ਆ ਉਹ ਵੀ ਕਾਂਗਰਸ ਦਾ ਸਾਥ ਛੱਡ ਦਿੰਦਾ, ਤਾਂ ਫਿਰ ਕੁਦਰਤੀ ਤੌਰ ਤੇ ਕਾਂਗਰਸ ਦਾ ਜਿਹੜਾ ਪਤਨ ਆ ਉਹ ਤੇ ਆਪਣੇ ਸਿਖਰ ਤੇ ਹੈ ਹੀ ਹੈ, ਪਰ ਕਾਂਗਰਸ ਖਤਮ ਜਿਹੜੀ ਆ ਹੋ ਜਾਵੇਗੀ। ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਇਸ ਵੇਲੇ ਪੰਜਾਬ 'ਚ ਚੜਾਈ ਹੈਗੀ ਆ, ਔਰ ਦੂਜੇ ਪਾਸੇ ਅਕਾਲੀ ਦਲ ਬਿਲਕੁਲ ਸਾਥ ਸਾਥੀਹੀਨ ਹੋ ਕੇ ਮੈਦਾਨ ਜਿਹੜਾ ਉਹ ਛੱਡ ਚੁੱਕਾ। ਕਾਂਗਰਸ ਦੇ ਜਿਹੜੇ ਵਿਧਾਇਕ ਨੇ, ਕਾਂਗਰਸ ਪੰਜਾਬ ਦੀ ਦੋ ਧੜਿਆਂ 'ਚ ਵੰਡੀ ਹੈ, ਇੱਕ ਧੜਾ ਨਵਜੋਤ ਸਿੱਧੂ ਅਗਵਾਈ ਕਰਦਾ ਪਿਆ, ਇੱਕ ਰਾਜਾ ਵੜਿੰਗ ਕਰਨ ਡਿਆ, ਤੇ ਤਾਲਮੇਲ ਕਿਤੇ ਨਹੀਂ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਖੋਰਾ ਲੱਗਣਾ ਸ਼ੁਰੂ ਹੋਵੇਗਾ ਤਾਂ ਕੁਦਰਤੀ ਤੌਰ ਤੇ ਪਾਰਟੀਆਂ ਦੀ ਜਿਹੜੀ ਸਥਿਤੀ ਹੁੰਦੀ ਆ ਉਹ ਫਿਰ ਪਤਾ ਹੀ ਹੈ ਕਿਹੋ ਜਿਹੀ ਬਣਦੀ ਆ। ਤਾਂ ਇਹ ਨਤੀਜਾ ਜਿਹੜਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਦਿੱਲੀ ਵਾਲੀ ਜਿਹੜੀ ਸਥਿਤੀ ਹੈ, ਜਦੋਂ ਆਮ ਆਦਮੀ ਪਾਰਟੀ ਨੇ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਦੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸਨ। ਬਸ ਉਹ ਸ਼ੀਲਾ ਦੀਕਸ਼ਿਤ ਨੂੰ ਜਦੋਂ ਟੱਕਰ ਦਿੱਤੀ ਤਾਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਪੈਰਾਂ ਤੇ ਸਿਰ ਖਲੋ ਨਹੀਂ ਸਕੀ। ਅੱਜ ਤੱਕ ਵੀ ਕਾਂਗਰਸ ਦਾ ਕੋਈ ਉਥੋਂ ਵਿਧਾਇਕ ਜਿਹੜਾ ਜਿੱਤਿਆ ਨਹੀਂ। ਤਾਂ ਉਹ ਜਿਹੜਾ ਇਤਿਹਾਸ ਆ ਇੱਥੇ ਵੀ ਪੰਜਾਬ 'ਚ ਵੀ ਲੱਗਦਾ ਕਿ ਦੁਹਰਾਇਆ ਜਾਵੇਗਾ, ਕਿਉਂਕਿ ਜਿਸ ਤਰੀਕੇ ਨਾਲ ਹੁਣ ਕਾਂਗਰਸ ਦੇ ਵਿਧਾਇਕ 17-18 ਰਹਿ ਗਏ ਨੇ, ਉਦੋਂ ਵੀ ਦਿੱਲੀ 'ਚ ਜਦੋਂ ਪਹਿਲੀ ਵਾਰੀ ਕੇਜਰੀਵਾਲ ਦੀ ਸਰਕਾਰ ਬਣੀ ਆ ਉਦੋਂ 25 ਜਾਂ 26 ਸੀ ਜਿਨ੍ਹਾਂ ਦੇ ਸਮਰਥਨ ਨਾਲ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ। ਤਾਂ ਉਸ ਵਕਤ ਅਰਵਿੰਦਰ ਸਿੰਘ ਲਵਲੀ ਸੀ ਬੂਟਾ ਸਿੰਘ ਦਾ ਬੇਟਾ, ਜਿਨ੍ਹਾਂ ਨੇ ਬਹੁਤ ਉਸ ਵਕਤ ਆਪਣਾ ਪ੍ਰੈਸ਼ਰ ਬਣਾਉਣ ਦਾ ਯਤਨ ਕੀਤਾ, ਪਰ ਪਾਰਟੀ ਸਰਕਾਰ ਟੁੱਟ ਗਈ 30 ਦਿਨਾਂ ਤੋਂ ਬਾਅਦ ਜਾਂ 60 ਦਿਨਾਂ ਤੋਂ ਬਾਅਦ। ਤਾਂ ਉਹ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੇ ਵਿੱਚ ਵੀ ਦੁਹਰਾਈਆਂ ਜਾ ਸਕਦੀਆਂ ਨੇ। ਤਾਂ ਫਿਰ ਉਸ ਤੋਂ ਮਗਰੋਂ ਜੇਕਰ ਕਾਂਗਰਸ ਪਾਰਟੀ ਪੰਜਾਬ 'ਚ ਇਕੱਠੀ ਨਾ ਹੋਈ, ਜੇਕਰ ਇਹੋ ਜਿਹੀਆਂ ਨੀਤੀਆਂ ਹੀ ਚੱਲਦੀਆਂ ਰਹੀਆਂ, ਤਾਂ ਫਿਰ 2024 ਕੀ ਫਿਰ 2027 ਵੀ ਭੁੱਲ ਜਾਣ ਕਿ ਦੁਬਾਰਾ ਪੰਜਾਬ ਦੇ ਵਿੱਚ ਕਾਂਗਰਸ ਕਿਤੇ ਦੁਬਾਰਾ ਰਾਜ ਸੱਤਾ ਦਾ ਸੁੱਖ ਜਿਹੜਾ ਹੋਊਗੀ। ਜੀ ਹਾਂ, ਬਿਲਕੁਲ ਜੀ, ਬਿਲਕੁਲ। ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ। ਆਪਾਂ ਗੱਲ ਕਰਾਂਗੇ ਜੀ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਜਿਹੜੇ ਕਿ ਅੱਜ SYL ਦੇ ਮੁੱਦੇ ਉੱਪਰ ਬੋਲਦੇ ਹੋਏ ਨਜ਼ਰ ਆਏ ਨੇ, ਕਿਵੇਂ ਦੇਖ ਰਹੇ ਹੋ? ਕਿਉਂਕਿ ਉਹਨਾਂ ਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤਾ ਵੀ SYL ਦਾ ਮੁੱਦਾ ਹੋ ਜਾਏਗਾ, ਸੋਲਵ ਹੋ ਜਾਏਗਾ, ਸੋਲਿਊਸ਼ਨ ਦਿੰਦੇ ਹੋਏ ਵੀ ਨਜ਼ਰ ਆਏ ਨੇ। ਕਿਵੇਂ ਦੇਖ ਰਹੇ ਹੋ? ਅੱਜ ਪਹਿਲੀ ਵਾਰ ਬੋਲੇ ਨੇ ਤੇ ਬੋਲੇ ਵੀ ਇਹ ਨੇ ਵੀ ਭਾਈ ਇਹ ਟੇਬਲ ਟਾਕ ਦੇ ਹੀ ਜ਼ਰੀਏ ਸੰਭਵ ਆਗਾ ਵੀ ਇਹ ਮੁੱਦਾ ਸੁਲਝ ਜਾਵੇ। ਤੇ ਦੂਸਰਾ ਨਾਲ ਦੀ ਨਾਲ ਉਹਨਾਂ ਨੇ ਕੋਰਟ ਦੀ ਵੀ ਗੱਲ ਕੀਤੀ ਹੈ ਤੇ ਨਾਲ ਹੀ ਨਾਲ ਕੇਂਦਰ ਦੀ ਗੱਲ ਵੀ ਕੀਤੀ ਹੈ ਵੀ ਇਹਨੂੰ ਵੀ ਇਨਵੋਲਵ ਕੀਤਾ ਜਾਊਗਾ, ਲੇਕਿਨ ਅਸੀਂ ਇਹ ਜਿਹੜਾ SYL ਦਾ ਮੁੱਦਾ ਉਹ ਕਲੀਅਰ ਕਰ ਲਾਂਗੇ, ਸਾਡੇ ਕੋਲ 5 ਸਾਲ ਹਜੇ ਹੈਗੇ ਨੇ। ਕਿਵੇਂ ਦੇਖ ਰਹੇ ਹੋ SYL ਦੇ ਮੁੱਦੇ ਪ੍ਰਤੀ ਕਿੰਨਾ ਕੁ ਸੰਜੀਦਾ ਨੇ ਅਰਵਿੰਦ ਕੇਜਰੀਵਾਲ? ਲਖਵਿੰਦਰ, ਇਸ ਤਰ੍ਹਾਂ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੋਚ ਹੈ ਨਾ, ਪੂਰੀ ਤੌਰ ਤੇ ਲਾਲਾਸ਼ਾਹੀ ਸੋਚ ਹੈਗੀ ਹੈ। ਲਾਲਾਸ਼ਾਹੀ ਸੋਚ ਹੁੰਦੀ ਕਿ ਜਦੋਂ ਆਪਣੇ ਤੇ ਪਈ ਘਿਰ ਗਏ ਉਦੋਂ ਮਾਫੀ ਮੰਗ ਲਓ, ਤੇ ਜਦੋਂ ਆਪਣੇ ਦੇ ਜ਼ੋਰ ਆਇਆ ਫੜ ਕੇ ਢਾਲੋ। ਇਹ ਲਾਲਾਸ਼ਾਹੀ ਸੋਚ ਹੁੰਦੀ ਆ। ਤੇ ਅਰਵਿੰਦ ਕੇਜਰੀਵਾਲ ਸ਼ਾਇਦ ਇਸੇ ਸੋਚ ਦੇ ਅਨੁਸਾਰ ਹੀ ਜਿਹੜਾ ਉਹ ਕੰਮ ਜਿਹੜਾ ਉਹ ਕਰਦਾ ਪਿਆ। ਹੁਣ SYL ਦਾ ਜਿਹੜਾ ਮੁੱਦਾ ਬੜਾ ਮਹੱਤਵਪੂਰਨ, ਸਤਲੁਜ ਜਮਨਾ ਲਿੰਕ ਨਹਿਰ ਦਾ ਮੁੱਦਾ ਜਿਹੜਾ ਬੜਾ ਮਹੱਤਵਪੂਰਨ ਮੁੱਦਾ, ਔਰ ਬੀਤੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਔਰ ਇਸ ਨਹਿਰ ਦੇ ਪੰਜਾਬ ਦੇ ਵਿੱਚ ਇੱਕ ਖੂਨੀ ਕਾਂਡ ਨੂੰ ਦੇਖਿਆ, ਇੱਕ ਖੂਨੀ ਦੌਰ ਨੂੰ ਦੇਖਿਆ ਇਸ ਨਹਿਰ ਦੇ ਮੁੱਦੇ ਦੇ। ਤਾਂ ਖੈਰ ਉਹ ਹੁਣ ਜਿਹੜੀ ਸਥਿਤੀ ਹੈ, ਵੱਖਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਇਹ ਮਸਲਾ ਅਸਲ 'ਚ ਕੋਰਟ ਦਾ ਮਸਲਾ ਹੈਗਾ, ਮਾਨਯੋਗ ਅਦਾਲਤ ਦਾ ਮਸਲਾ। ਇਹ ਪਾਰਟੀਆਂ ਜਦੋਂ ਵੀ ਰਾਜਨੀਤੀ ਕਰਦੀਆਂ ਨੇ SYL ਦਾ ਮੁੱਦਾ ਕੱਢ ਲੈਂਦੀਆਂ ਨੇ, ਜਦੋਂ ਸਰਕਾਰਾਂ ਵਿਰੋਧੀ ਪਾਰਟੀਆਂ ਕੋਲ ਕੁਝ ਕਹਿਣ ਨੂੰ ਨਹੀਂ ਹੁੰਦਾ ਤਾਂ ਉਦੋਂ ਇਹ ਮੁੱਦੇ ਨੂੰ ਕੱਢ ਕੇ 5-7 ਦਿਨ ਲੋਕਾਂ ਨੂੰ ਭੜਕਾਇਆ ਜਾਂਦਾ, ਬਾਅਦ ਵਿੱਚ ਇਹ ਮੁੱਦਾ ਫਿਰ ਸ਼ਾਂਤ ਹੋ ਜਾਂਦਾ। ਇਹ ਅੱਜ ਤੱਕ ਜੋ ਰਣਨੀਤੀ ਸਾਰੀਆਂ ਪਾਰਟੀਆਂ ਦੀ ਰਹੀ ਹੈ। ਤੇ ਹੁਣ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਕਿ ਪ੍ਰਸ਼ਨ ਉੱਥੇ ਸਤਲੁਜ ਜਮਨਾ ਲਿੰਕ ਨਹਿਰ ਦੇ ਬਾਰੇ ਭਗਵੰਤ ਮਾਨ ਨੂੰ ਪੁੱਛਿਆ ਗਿਆ, ਪਰ ਉਸ ਦਾ ਜਵਾਬ ਜਿਹੜਾ ਅਰਵਿੰਦ ਕੇਜਰੀਵਾਲ ਦੇ ਰਹੇ ਆ, ਅਰਵਿੰਦ ਕੇਜਰੀਵਾਲ ਤਾਂ ਦੇ ਰਹੇ ਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ, ਤੇ ਦੂਜੇ ਪਾਸੇ ਪੰਜਾਬ 'ਚ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਮਹੱਤਵਪੂਰਨ ਹੈ, ਉਹਨਾਂ ਦੀ ਬੜੀ ਹੈ। ਤੇ ਉਸ ਵਿਅਕਤੀ ਦੀਆਂ ਨਜ਼ਰਾਂ ਦਿੱਲੀ 'ਚ ਵੀ ਉਹਦੀਆਂ ਨੇ, ਤੇ ਉਹਦੀਆਂ ਨਜ਼ਰਾਂ ਉਹਨਾਂ ਹਰਿਆਣੇ ਤੇ ਵੀ ਆ ਤੇ ਹਿਮਾਚਲ 'ਚ ਵੀ ਆ। ਤਾਂ ਇਸ ਕਰਕੇ ਉਹਨੇ ਬੜੇ ਇੱਕ ਸਿਆਣਪ ਵਾਲਾ ਬਿਆਨ ਜਿਹੜਾ ਉਹ ਦਿੱਤਾ ਕਿ ਹਾਂ ਬਈ, ਮਤਲਬ ਸਿਆਣਪ ਵਾਲਾ ਬਿਆਨ ਦੇ ਕੇ ਬਚਣ ਦੀ ਕੋਸ਼ਿਸ਼ ਕੀਤੀ ਆ ਇਸ ਬਿਆਨ ਦੇ ਰਾਹੀਂ ਕਿ ਦੇਖੋ ਜੀ ਇਹ ਜਿਹੜਾ ਮੁੱਦਾ
ਇਹ ਟੇਬਲ ਟਾਕ ਰਾਹੀਂ ਹੱਲ ਹੋਏਗਾ। ਇਹ ਦੋ ਰਾਜਾਂ ਦੇ ਵਿਚਕਾਰ, ਪੰਜਾਬ ਤੇ ਦਿੱਲੀ ਸਰਕਾਰ, ਹਰਿਆਣੇ ਦੇ ਵਿਚਕਾਰ, ਤੇ ਉਹਦੇ ਵਿੱਚ ਜਿਹੜੀ ਕੇਂਦਰ ਦੀ ਭਾਈਵਾਲ, ਜਿਹੜੀ ਕੇਂਦਰ ਦੀ ਸਰਕਾਰ ਆ ਕੰਮ ਕਰ ਰਹੀ, ਉਹ ਵੀ ਇਹਦੇ ਵਿੱਚ ਆਪਣਾ ਮਹੱਤਵਪੂਰਨ ਰੋਲ ਜਿਹੜਾ ਅਦਾ ਕਰੇਗੀ। ਉਹ ਤਾਂ ਕਰੇਗੀ ਕਿਉਂਕਿ ਕੇਂਦਰ ਦੇ ਅਧੀਨ ਆ ਸਾਰਾ ਜਿਹੜਾ ਮਸਲਾ ਵਿਚਾਰਨਯੋਗ ਹੈਗਾ। ਸੋ ਇਸ ਜਵਾਬ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਵਿਚਕਾਰਲਾ ਰਸਤਾ ਕੱਢ ਕੇ ਸਾਰੇ ਉਸ ਵਾਦ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਸੰਬੰਧੀ ਜਿਸ ਤਰੀਕੇ ਨਾਲ ਬੀਤੇ ਦਿਨ ਹਰਿਆਣੇ ਦਾ ਜਿਹੜਾ ਰਾਜ ਸਭਾ ਮੈਂਬਰ ਸੀ ਹਰਿਆਣੇ ਤੋਂ ਸੰਬੰਧਤ, ਹਾਲਾਂਕਿ ਉਹ ਦਿੱਲੀ ਤੋਂ ਨੇ, ਉਹਨੇ ਕਿਹਾ ਸੀ ਕਿ ਪੰਜਾਬ ਮਤਲਬ ਨਹਿਰ ਦਾ ਹਰਿਆਣੇ ਦੇ ਖੇਤਾਂ ਨੂੰ SYL ਦਾ ਪਾਣੀ ਮਿਲੇਗਾ। ਸੋ ਉਹੋ ਜਿਹੇ ਵਾਦ ਵਿਵਾਦ ਨੂੰ ਠੰਡਾ ਕਰਨ ਵਾਸਤੇ ਅਰਵਿੰਦ ਕੇਜਰੀਵਾਲ ਦੇ ਇਹ ਬਿਆਨ ਆਇਆ ਕਿ ਵਿਵਾਦ ਜਿਹੜਾ ਹੋਰ ਪੈਦਾ ਨਾ ਹੋਵੇ, ਕਿਉਂਕਿ ਬੀਤੇ ਇਹਨਾਂ ਦਿਨਾਂ 'ਚ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਹਮੇਸ਼ਾ ਉਹ ਹਰ ਕਾਰਵਾਈ ਜਿਹੜੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਉਹ ਰਹਿੰਦੀ ਹੈ। ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ, ਮੈਂ ਪਹਿਲਾਂ ਹੀ ਬਿਆਨ ਕੀਤਾ ਕਿ ਲਾਲਾਸ਼ਾਹੀ ਸੋਚ ਜਿਹੜੀ ਆ ਉਹ ਕਿਸ ਤਰੀਕੇ ਨਾਲ ਚੱਲਦੀ ਹੈ, ਕਿ ਬਚ ਕੇ ਕਿਵੇਂ ਨਿਕਲਣਾ। ਤਾਂ ਇਹ ਮਤਲਬ ਉਸੇ ਆਧਾਰ ਤੇ ਹੀ ਇਸ ਬਿਆਨ ਨੂੰ ਆਪਾਂ ਦੇਖ ਸਕਦੇ ਹਾਂ। ਜੀ ਬਿਲਕੁਲ। ਸੋ ਅਣਖੀ ਸਰ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਚਰਚਾ ਕਰਨ ਦੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਅਣਖੀ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ। ਚਰਚਾ SYL ਦੀ ਵੀ ਕੀਤੀ ਹੈ, ਕਿਸ ਤਰ੍ਹਾਂ ਅੱਜ ਅਰਵਿੰਦ ਕੇਜਰੀਵਾਲ ਇਸ ਮੁੱਦੇ ਉੱਪਰ ਬਚਦੇ ਹੋਏ ਬਿਆਨ ਦਿੰਦੇ ਨਜ਼ਰ ਆਏ ਨੇ। ਤੁਹਾਨੂੰ ਅੱਜ ਦੀ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਇੱਕ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।